ਵਾਹਿਗੁਰੂ 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 ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਧੰਨਵਾਦ ਗੁਰੂ ਜੀ, हमारी प्यारी अमृत तारी, गोर निमख न मन ते टारी रे। दर्शन परसन सरसन हरसन, रंग रंगी करतारी रे। खिन राम गुर गम, हार दम नह जम। हार कंठ नानक उरहारी रे। सो कहो टल गुर सेवियै, ऐखनिस सहज सुभाए। दर्शन परसे गुरु कै, जन्म मरण दुख जाए। दर्शन परसया गुरु का, जन्म मरण दुख जाए। सतनाम श्री वाहिगुरु साहिब जी। सतनाम श्री वाहिगुरु साहिब जी। तनासरी महला पंजवा, जिसका तन मन धन सब तिसका, सोई सुगड़ सुजानी। तिन ही सुनिया दुख सुख मेरा, तो बिद निकी खटानी। जिसका तन मन धन सब तिसका, सोई सुगड़ सुजानी। तिन ही सुनिया दुख सुख मेरा, तो बिद निकी खटानी। जी की एक ही पहमानी, आवर जतन कर रहे बहु तेरे। तिन तिल नहीं कीमत जानी। रहाओ अमृत नाम निर्मोलक हीरा, गुर दीनो मंतानी। डिगै न डोलै दृढ़ कर रहे हो, पूरन होए त्रिपतानी। ओए जो बीच हम तुम कश होते, तिन की बात बिलानी।
अलंकार मिल थैली होई है, ताते कनिक वखानी प्रगट्यो जोत सहज सुख शोभा, बाजे अनहत बानी कहो नानक निहचल कर बाध्यो, गुर कियो बंधानी प्रगट्यो जोत सहज सुख शोभा, बाजे अनहत बानी कहो नानक निहचल कर बाध्यो, गुर कियो बंधानी। वाहिगुरु जी का खालसा, वाहिगुरु जी की फतेह। परम सन्मानयोग दीन दुनिया दे पातशाह, ਸਮੁੱਚੀ ਮਾਨਵਤਾ ਦੇ ਸਾਂਝੇ ਪੈਗੰਬਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੀ ਰਹਿਮਤਾਂ ਭਰੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਸਾਜੀ ਅਤੇ ਨਿਵਾਜੀ ਹੋਈ ਪਿਤਾ ਗੁਰੂ ਦਾ ਸੁੰਦਰ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਹਜ਼ੂਰ ਦੀ ਰੱਬੀ ਰਹਿਮਤ ਦੇ ਮਹਾਨ ਪਾਤਰ ਹੋ। ਪਾਵਨ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਦੀਨ ਦੁਨੀਆ ਦੇ ਮਾਲਕ ਸੋਢੀ ਸੁਲਤਾਨ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ, ਤਿਨਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਦੀਦਾਰੇ ਕਰਦੇ ਹਾਂ, ਰੱਬੀ ਬਾਣੀ ਨਾਲ ਜੁੜਦੇ ਹਾਂ। ਸਭਨਾਂ ਨੇ ਜੀਵਨ ਨੂੰ ਸਫਲਿਆਂ ਕਰਨ ਦਾ ਯਤਨ ਕੀਤਾ ਹੈ। ਸਤਿਗੁਰੂ ਸਭਨਾਂ ਤੇ ਕਿਰਪਾ ਕਰਨ ਆਓ। ਆਪ ਗੁਰ ਸੰਗਤ ਦੀ ਅਸੀਸ, ਹਜ਼ੂਰ ਦੀ ਮਿਹਰਾਮਤ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਨਜ਼ਲ ਹੋਇਆ ਇਲਾਹੀ ਦਰਗਾਹੀ ਫੁਰਮਾਨ, ਪਾਵਨ ਹੁਕਮਨਾਮੇ ਦੀ ਵਿਚਾਰਧਾਰਾ ਦੇ ਨਾਲ ਰੋਜ਼ਾਨਾ ਹੀ ਜੁੜਦੇ ਹੋ। ਸਮੁੱਚੀ ਮਾਨਵਤਾ ਦੇ ਭਲੇ ਲਈ ਪਿਤਾ ਗੁਰੂਦੇਵ ਜੋ ਸੁਨੇਹਾ ਆਸੀਸ ਦਿੰਦੇ ਹਨ, ਉਹਨਾਂ ਪਾਵਨ ਬਚਨਾਂ ਦੀ ਰੋਜ਼ਾਨਾ ਵਿਚਾਰ ਹੁੰਦੀ ਹੈ। ਅੱਜ ਦਾ ਬਖਸ਼ਿਸ਼ ਕੀਤਾ ਹੋਇਆ ਰੱਬੀ ਸੁਨੇਹਾ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਿਆ ਹੋਇਆ ਅੱਜ ਦਾ ਇਹ ਪਾਵਨ ਬਚਨ ਧਨਾਸਰੀ ਰਾਗ ਦੇ ਸਿਰਲੇਖ ਹੇਠਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 671 ਔਰ 72 ਉੱਤੇ ਸੁਭਾਏਮਾਨ ਹੈ। ਪਾਵਨ ਸ਼ਬਦ ਰਾਹੀਂ ਸਤਿਗੁਰੂ ਜੀ ਨੇ ਜੋ ਸੁਨੇਹਾ ਦੇ ਕੇ ਸਾਡੇ ਹਿਰਦੇ ਦੀ ਝੋਲੀ ਨੂੰ ਭਰਿਆ, ਪਾਵਨ ਬਚਨਾਂ ਦੀ ਵਿਚਾਰਧਾਰਾ ਨਾਲ ਜੁੜੀਏ। ਸਾਰੀ ਸੰਗਤ ਪਿਆਰ ਵਿੱਚ ਭਿੱਜ ਕੇ ਆਸੀਸ ਦੀ ਦਾਤ ਬਖਸ਼ਿਸ਼ ਕਰੋ। ਦੋਨੋਂ ਹੱਥ ਜੋੜ ਲਵਾਓ ਹਾਜ਼ਰੀ ਔਰ ਪਿਆਰ ਸਹਿਤ ਆਖੋ ਜੀ ਸਤਨਾਮ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ,
ਸੋਈ ਸੁਗੜ ਸੁਜਾਨੀ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਹ ਰੱਬੀ ਬੋਲ ਸ਼ਬਦ ਦੀ ਆਰੰਭਤਾ ਦਾ ਬਚਨ ਭਾਈ ਸਾਹਿਬ ਜੀ ਨੇ ਸਰਵਣ ਕਰਵਾਇਆ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਸਮੁੱਚਾ ਬਚਨ ਜਿਹੜਾ ਹੈ ਉਹ ਇਸ ਗੱਲ ਦੀ ਪ੍ਰੌੜਤਾ ਕਰਦਾ ਹੈ। ਸਮੁੱਚੇ ਬਚਨ ਦਾ ਜਿਹੜਾ ਸੁਨੇਹਾ ਹੈ ਉਹ ਇਹ ਹੈ ਕਿ ਸਾਡਾ ਗੁਰੂ ਉੱਤੇ ਭਰੋਸਾ, ਯਕੀਨ, ਵਿਸ਼ਵਾਸ ਬਣ ਜਾਏ। ਜਿਹੜਾ ਜੀਵਨ ਪਰਮੇਸ਼ਰ ਦਾ ਬਖਸ਼ਿਆ ਹੋਇਆ ਹੈ ਅਸੀਂ ਇਹਨੂੰ ਗੁਰੂ ਦੇ ਚਰਨਾਂ ਦੇ ਵਿੱਚ ਅਰਪਣ ਕਰ ਦਈਏ। ਭਾਵ ਆਪਣੀ ਜ਼ਿੰਦਗੀ ਵਿੱਚ ਸੰਸਾਰੀ ਲੋਕਾਂ ਦੇ ਬਹੁਤ ਵਾਰੀ ਹੋ ਕੇ ਵੇਖਿਆ, ਕਦੀ ਕਿਸੇ ਨਾਲ ਸਾਂਝ ਹੈ, ਕਦੀ ਕਿਸੇ ਨਾਲ ਸਾਂਝ ਹੈ, ਪਰ ਮਹਾਰਾਜ ਇਸ ਸ਼ਬਦ ਵਿੱਚ ਕਹਿੰਦੇ ਨੇ ਉਸ ਵਿਧਾਤੇ ਦੀ ਬਖਸ਼ਿਸ਼ ਨੂੰ ਸਮਝ, ਉਸ ਗੁਰੂ ਦੀ ਰਹਿਮਤ ਨੂੰ ਜਾਣ ਜਿਹਨੇ ਹਰੇਕ ਪੱਖੋਂ ਤੇਰੀ ਝੋਲੀ ਨੂੰ ਭਰਿਆ, ਸਿਰਜਿਆ, ਜਿਹਨੇ ਬਖਸ਼ਿਆ, ਉਹਦਾ ਹੋ ਕੇ ਵੇਖ। ਬਚਨਾਂ ਨੂੰ ਸਮਝੀਏ, ਕਿਉਂਕਿ ਸਾਡੇ ਜੀਵਨ ਦਾ ਇਹ ਦੁੱਖ ਹੈ, ਇਹ ਪੀੜ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ। ਸਵਾਲ ਹੈ ਸਾਡੇ ਵਾਸਤੇ ਕਿ ਜਿਹਨੇ ਜੀਵਨ ਦਿੱਤਾ, ਜ਼ਿੰਦਗੀ ਦਿੱਤੀ ਹੈ, ਉਹਦੇ ਲਈ ਕੀ ਕੀਤਾ? ਆਪਣੇ ਆਪ ਲਈ ਤੇ ਬਹੁਤ ਕੁਝ ਕੀਤਾ ਹੈ, ਪਰ ਉਹਦੇ ਲਈ ਕੀ ਕੀਤਾ? ਤੇ ਅੱਗੇ ਮਹਾਰਾਜ ਫਿਰ ਸਾਡੀ ਜ਼ਿੰਦਗੀ ਦਾ ਜਵਾਬ ਦਿੰਦਿਆਂ ਕਹਿੰਦੇ ਆ, ਜਿਨ ਹਾਰ ਤੇਰਾ ਰਚਨ ਰਚਿਆ ਸੋ ਹਾਰ ਮਨ ਨਾ ਵਸਾਇਆ। ਜਿਹਨੇ ਪੈਦਾ ਕੀਤਾ ਹੈ ਤੂੰ ਉਹਨੂੰ ਯਾਦ ਹੀ ਨਹੀਂ ਕੀਤਾ, ਉਹਦਾ ਸ਼ੁਕਰਾਨਾ ਹੀ ਨਾ ਕਰ ਸਕਿਆ। ਭਗਤ ਕਬੀਰ ਮਹਾਰਾਜ ਕਹਿੰਦੇ ਆ, ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ। ਭਾਵ ਨਿਧ ਤਰਨ ਤਾਰਨ ਚਿੰਤਾ ਮਨ ਇੱਕ ਨਿਮਖ ਨਾ ਇਹ ਮਨ ਲਾਇਆ। ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨੇ ਸਾਦੀ। ਉਹਨੂੰ ਚੇਤੇ ਨਹੀਂ ਕੀਤਾ। ਅੱਜ ਸਤਿਗੁਰੂ ਨੇ ਸਾਨੂੰ ਸੁੱਤਿਆਂ ਨੂੰ ਜਗਾਉਂਦਿਆਂ ਬਚਨ ਆਖੇ ਨੇ। ਮਹਾਰਾਜ ਕਹਿੰਦੇ ਨੇ ਬਹੁਤਾ ਕੁਝ ਨਹੀਂ, ਕੱਲਾ ਆਪਣੇ ਵੱਲ ਧਿਆਨ ਮਾਰ। ਜਿਸ ਪਰਮਾਤਮਾ ਨੇ ਤਨ ਮਨ ਤੇ ਧਨ ਦਿੱਤਾ ਹੈ ਉਹ ਬੜਾ ਸੁਘੜ ਹੈ, ਬੜਾ ਸਿਆਣਾ ਹੈ, ਔਰ ਉਹਦਾ ਸ਼ੁਕਰਾਨਾ ਕਦੀ ਆਪਣੇ ਤਨ ਵੱਲ ਵੇਖ। ਜਦੋਂ ਅਸੀਂ ਸੰਸਾਰ 'ਚ ਵਿਚਰਦੇ ਹਾਂ, ਬੱਚੇ ਪੜ੍ਹਦੇ ਨੇ, ਕੋਈ ਮੈਡੀਕਲ ਸਾਇੰਸ ਵਾਲੇ ਪਾਸੇ ਤੁਰਿਆ ਹੈ, ਮੈਡੀਕਲ ਨੂੰ ਪੜ੍ਹਦਾ, ਸਰੀਰ ਦੇ ਇੱਕ ਹਿੱਸੇ ਦੀ ਰਿਸਰਚ ਕਰਦਿਆਂ ਸਮਾਂ ਬੀਤ ਜਾਂਦਾ ਹੈ। ਸਰੀਰ ਦੇ ਇੱਕ ਹਿੱਸੇ ਦਾ ਸਪੈਸ਼ਲਿਸਟ ਡਾਕਟਰ ਬਣਨਾ ਹੋਵੇ ਤੇ ਯਾਦ ਰੱਖੋ ਕਿੰਨਾ ਸਮਾਂ ਲੱਗਦਾ ਹੈ ਵੀ ਇੱਕ ਹਿੱਸੇ ਨੂੰ ਸਮਝਿਆ ਜਾ ਸਕੇ। ਪਰ ਕੋਈ ਡਾਕਟਰ ਇਹ ਦਾਅਵਾ ਨਹੀਂ ਕਰ ਸਕਦਾ ਵੀ ਮੈਂ ਇਸ ਸਰੀਰ ਦੇ ਹਿੱਸੇ ਨੂੰ ਪੂਰਾ ਸਮਝ ਲਿਆ। ਮਹਾਰਾਜ ਕਹਿੰਦੇ ਨੇ ਜਿਹਦਾ ਤਨ ਬਖਸ਼ਿਆ ਹੋਇਆ ਉਹਦੇ ਚਰਨਾਂ ਦਾ ਸ਼ੁਕਰਾਨਾ ਕਰ, ਔਰ ਨਾਲ ਆਖਿਆ ਜਿਹਦਾ ਮਨ ਬਖਸ਼ਿਆ ਹੋਇਆ। ਤਨ ਦੇ ਡਾਕਟਰ ਬਹੁਤ ਨੇ, ਯਾਦ ਰੱਖਿਓ ਮਨ ਦਾ ਡਾਕਟਰ ਕੋਈ ਨਹੀਂ। ਬੇਸ਼ੱਕ ਮਨੋਵਿਗਿਆਨ ਵਿੱਚ ਬੜਾ ਕੁਝ ਹੈ, ਪਰ ਮਨੋਵਿਗਿਆਨ ਇਹ ਵੇਖੇਗੀ ਸਾਹਮਣੇ ਵਾਲਾ ਕਿਹੜੀਆਂ ਗੱਲਾਂ ਤੋਂ ਪਰੇਸ਼ਾਨ ਹੈ, ਉਹਦੇ ਆਪੋਜ਼ਿਟ, ਉਹਦੇ ਉਲਟ ਗੱਲਾਂ ਕਹਿ ਕੇ ਉਹਦਾ ਇਲਾਜ ਕੀਤਾ ਜਾ ਸਕੇ। ਪਰ ਮਨ ਨੂੰ ਸੰਸਾਰੀ ਬੰਦਾ, ਸੰਸਾਰੀ ਵੈਦ ਨਹੀਂ ਸਮਝ ਸਕਿਆ। ਹਜ਼ੂਰ ਕਹਿੰਦੇ ਨੇ ਜਿਹਦਾ ਤਨ ਦਿੱਤਾ ਹੈ, ਜਿਹਨੇ ਮਨ ਬਖਸ਼ਿਆ ਹੈ, ਔਰ ਜਿਹਨੇ ਸਾਨੂੰ ਖਰਚਣ ਵਾਸਤੇ, ਸਾਡੀ ਜ਼ਿੰਦਗੀ ਨੂੰ ਜਿਉਣ ਦੀ ਉਪਜੀਵਕਾ ਵਾਸਤੇ ਜਿਹਨੇ ਧਨ ਬਖਸ਼ਿਆ ਹੈ, ਉਹ ਬੜਾ ਸਿਆਣਾ, ਕਿਉਂਕਿ ਉਹਨੇ ਬੜੀਆਂ ਲੋੜਾਂ ਸਾਡੇ ਜੀਵਨ ਦੀਆਂ ਪੂਰੀਆਂ ਕੀਤੀਆਂ ਹੋਈਆਂ। ਕੱਲੇ ਤਨ ਦੀ ਗੱਲ ਨੂੰ ਜਦੋਂ ਬਾਣੀ ਚੋਂ ਸਮਝੋਗੇ
913 ਅੰਗ ਉੱਪਰ ਰਾਮ ਕਲੀ ਰਾਗ ਚ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਬਚਨ ਹੈ। ਹਜ਼ੂਰ ਕਹਿੰਦੇ ਨੇ ਕਦੀ ਇਸ ਤਨ ਵੱਲ ਵੇਖ, ਦੁਨੀਆ ਤੇ ਬੜੀਆਂ ਚੀਜ਼ਾਂ ਬਣਦੀਆਂ, ਮਿੱਟੀ ਦੀ ਮੂਰਤੀ ਹੋਏਗੀ, ਲੋਹੇ ਦੀ ਹੈ, ਲੱਕੜ ਦੀ ਹੈ, ਸੋਨੇ ਦੀ ਹੈ, ਪਿੱਤਲ ਦੀ ਹੈ, ਧਾਤਾਂ ਦੀਆਂ ਮੂਰਤੀਆਂ ਬਣ ਸਕਦੀਆਂ, ਪਰ ਪਾਣੀ ਦੀ ਮੂਰਤੀ ਕੋਈ ਨਹੀਂ ਬਣੀ। ਪਰਮੇਸ਼ਰ ਦੀ ਇਹ ਨਦਰ ਹੈ ਜਿਹਨੇ ਆ ਤਨ ਜਿਹੜਾ ਪਾਣੀ ਤੋਂ ਬਿੰਦ ਤੋਂ ਘੜਿਆ, ਇਸ ਪਾਣੀ ਤੇ ਜਿਨ ਤੂੰ ਘਰਿਆ, ਮਾਟੀ ਕਾਲੇ ਦੇਹੁਰਾ ਕਰਿਆ, ਉਕਤ ਜੋਤ ਲੈ ਸੁਰਤ ਪਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰੱਖਿਆ, ਰਾਖਣ ਹਾਰ ਸੰਹਾਰ ਮਨਾ, ਸਗਲੇ ਛੋੜ ਵਿਚਾਰ ਮਨਾ। ਉਹਨੂੰ ਚੇਤੇ ਕਰ ਜਿਹਨੇ ਇਹ ਤਨ ਬਖਸ਼ਿਆ ਹੋਇਆ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿਗਾਰਿਆ, ਗਰਭ ਅਗਨ ਮੈਂ ਜਿਨਹਿ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੈਂ। ਬਚਪਨ ਹੈ ਤੇ ਮਾਂ ਦੇ ਸੀਨੇ ਵਿੱਚੋਂ ਰੋਜੀ ਮਿਲ ਗਈ, ਦੰਦ ਦੇ ਦਿੱਤੇ ਤੇ ਖਾਣ ਨੂੰ ਪ੍ਰਸ਼ਾਦਾ ਦੇ ਦਿੱਤਾ, ਬਿਰਧ ਹੋਇਆ, ਤੇਰੀ ਸਾਂਭ ਸੰਭਾਲ ਵਾਸਤੇ ਧੀਆਂ ਪੁੱਤ ਦੇ ਦਿੱਤੇ, ਸਭ ਕੁਝ ਕਹਿੰਦੇ ਆ। ਅਖੀਰੀ ਮਹਾਰਾਜ ਕਹਿੰਦੇ ਆ ਜਿਹਨੇ ਇੰਨਾ ਕੁਝ ਦਿੱਤਾ ਹੈ ਨਾ, ਬੰਦਾ ਉਹਦਾ ਸ਼ੁਕਰਗੁਜ਼ਾਰ ਨਹੀਂ। ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਓ ਤਉ ਨਾਨਕ ਸੀਜੈ, ਸਤਿਗੁਰੂ ਤੂੰ ਕਿਰਪਾ ਕਰਕੇ ਇਹਨੂੰ ਬਖਸ਼ ਲਈ। ਸ਼ਬਦ ਅੰਦਰ ਆਸੀਸ ਦਿੰਦਿਆਂ ਕਹਿੰਦੇ ਆ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ ਮੇਰਿਆ ਮਨਾ। ਜਿਸ ਮਾਲਕ ਨੇ ਵਾਹਿਗੁਰੂ ਨੇ ਤਨ ਦਿੱਤਾ ਹੈ, ਮਨ ਦਿੱਤਾ ਹੈ, ਧਨ ਦਿੱਤਾ ਹੈ, ਉਹ ਬੜਾ ਸਿਆਣਾ ਹੈ, ਬੜਾ ਸੁਜਾਨ ਹੈ, ਬੜਾ ਸੁਗੜ ਹੀ ਅਕਾਲ ਪੁਰਖ ਵਿੱਚ ਜਿਨੇ ਜੀਵਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਤਿਨਹਿ ਸੁਨਿਆ ਦੁਖ ਸੁਖ ਮੇਰਾ, ਤੋ ਬਿਦ ਨਿਕੀ ਖਟਾਨੀ। ਜਿਸ ਸੁਗੜ ਸਿਆਣੇ ਮਾਲਕ ਨੇ ਇੰਨਾ ਕੁਝ ਦਿੱਤਾ ਹੈ, ਮਹਾਰਾਜ ਕਹਿੰਦੇ ਫਿਰ ਜ਼ਿੰਦਗੀ ਦਾ ਦੂਸਰਾ ਪੱਖ ਕੀ ਹੈ? ਇੱਕ ਬਾਹਰੀ ਕਰਮ ਹੈ, ਇੱਕ ਅੰਦਰੂਨੀ ਕਰਮ ਹੈ। ਅਸੀਂ ਜਿੰਨੇ ਸੰਸਾਰ ਦੇ ਜੀ ਹਾਂ, ਦੁੱਖਾਂ ਤੇ ਸੁੱਖਾਂ ਦੇ ਤਾਣੇ ਪੇਟੇ ਵਿੱਚ ਉਣੇ ਹੋਏ ਆ। ਕੋਈ ਐਸਾ ਬੰਦਾ ਨਹੀਂ ਜਿਹੜਾ ਹੱਥ ਖੜਾ ਕਰਕੇ ਕਹਿਦਾ ਹੈ ਮੇਰੀ ਜ਼ਿੰਦਗੀ ਵਿੱਚ ਦੁੱਖ ਨਹੀਂ ਹੈ। ਚੱਲਦਾ ਆਇਆ ਇਹ ਜੀਵਨ ਹੈ। ਹਜ਼ੂਰ ਕਹਿੰਦੇ ਨੇ ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀਏ ਸੁੱਖ, ਸੁੱਖ ਦੁੱਖ ਦਰਦ ਹੋਏ ਕੱਪੜੇ ਪਹਿਰੇ ਜਾਏ ਮਨੁੱਖ। ਸੰਸਾਰੀ ਤੌਰ ਤੇ ਦੁੱਖ ਸਭ ਤੇ ਆਉਂਦੇ ਆ, ਪਰ ਪੀੜਾ ਇਹ ਵੇ ਜਦੋਂ ਤੇ ਇਨਸਾਨੀ ਜ਼ਿੰਦਗੀ 'ਚ ਸੁੱਖ ਹੈ, ਉਦੋਂ ਸਾਡੀ ਜ਼ਿੰਦਗੀ ਜਿਉਣ ਦਾ ਪੱਖ ਹੋਰ ਹੈ। ਜਦੋਂ ਦੁੱਖ ਆਉਂਦਾ ਹੈ, ਉਦੋਂ ਜੀਵਨ ਇਦਾਂ ਦਾ ਬਣਦਾ ਹੈ, ਅਸੀਂ ਦੌੜਦੇ ਹਾਂ, ਭਟਕਦੇ ਹਾਂ, ਥਾਂ ਥਾਂ ਤੇ ਵੀ ਸ਼ਾਇਦ ਕਿਤੋਂ ਨਾ ਕਿਤੋਂ ਅਜਿਹਾ ਹੱਲ ਮਿਲ ਜਾਏ ਕਿ ਮੇਰੀ ਜ਼ਿੰਦਗੀ 'ਚ ਦੁੱਖ ਨਾ ਆਏ। ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਕਹਿੰਦੇ ਆ, ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਇਹ ਯਤਨ ਬੜਾ ਕੀਤਾ ਹੈ, ਸੁੱਖ ਕਿਵੇਂ ਆਉਣ? ਇਹ ਯਤਨ ਕੀਤਾ ਹੀ ਨਹੀਂ ਵੀ ਦੁੱਖ ਮਿਟਣ ਕਿੱਦਾਂ, ਦੁੱਖ ਆਏ ਕਿਉਂ ਨੇ, ਇਹ ਮਿਟਣ ਕਿੱਦਾਂ। ਹਜ਼ੂਰ ਕਹਿੰਦੇ ਨੇ ਗੁਰੂ ਦੇ ਚਰਨਾਂ ਵਿੱਚ ਜਾ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ। ਤੇਰੀ ਜ਼ਿੰਦਗੀ ਦੀ ਅਰਦਾਸ, ਤੇਰੀ ਜ਼ਿੰਦਗੀ ਦੀ ਬੇਬਲਤਾ, ਅੰਦਰ ਦੀ ਭਾਵਨਾ ਦੁੱਖ ਸੁੱਖ ਦੀ, ਉਹੀ ਸੁਣੇਗਾ। ਤਉ ਬਿਦ ਨੀਕੀ ਖਟਾਨੀ, ਇਹ ਉਹਦੇ ਘਰ ਦਾ ਵਿਧਾਨ ਹੈ, ਵਿਧੀ ਹੈ ਕਿ ਉਹਦਾ ਕਰਮ ਜਿਹੜਾ ਉਹ ਬੜਾ ਬਾਰੀਕ ਹੈ, ਬਖਸ਼ਿਸ਼ ਵਾਲਾ ਹੈ। ਉਹ ਜਦੋਂ ਦਰ ਆਇਆਂ ਦਾ ਦੁੱਖ ਸੁਣਦਾ ਹੈ, ਯਾਦ ਰੱਖੋ ਗੁਰੂ ਦੁੱਖ ਹਰਨ ਵਾਲਾ ਹੈ। ਦੋ ਬੋਲ ਧਿਆਨ ਦੇਣਾ, ਇੱਕ ਹੈ ਦਰਦ, ਇੱਕ ਹੈ ਦੁੱਖ। ਸੰਸਾਰੀ ਤੌਰ ਤੇ ਬਹੁਤੀਆਂ ਮੈਡੀਸਨ ਦਵਾਈਆਂ ਉਹ ਨੇ ਜਿਹੜੀਆਂ ਦਰਦ ਨੂੰ ਬੰਦ ਕਰਦੀਆਂ।
ਬਹੁਤ ਘੱਟ ਦਵਾਈ ਹੋਏਗੀ ਜਿਹੜੀ ਦੁੱਖ ਨੂੰ ਮਿਟਾ ਦੇ। ਆਪ ਜੀ ਸਮਝਦੇ ਹੋ, ਦਰਦ ਨੂੰ ਮਿਟਾਉਣ ਵਾਲੀ ਬਹੁਤ ਦਵਾਈ ਹੈ, ਬੜੀਆਂ ਪੇਨ ਕਿਲਰ ਨੇ, ਪਰ ਦੁੱਖ ਨੂੰ ਮਿਟਾਉਣ ਵਾਲੀ ਬਹੁਤ ਘੱਟ। ਸਤਿਗੁਰੂ ਦੇ ਘਰ ਨੂੰ ਪੜੋਗੇ, ਇੱਥੇ ਇਕੱਲੇ ਦਰਦ ਨਿਵਾਰਨ ਦੀ ਗੱਲ ਨਹੀਂ ਹੈ, ਇੱਥੇ ਦੁੱਖ ਨਿਵਾਰਨ ਦੀ ਗੱਲ ਹੈ। ਬਹੁਤ ਅਸਥਾਨ ਐਸੇ ਹੈ ਜਿਨ੍ਹਾਂ ਅਸਥਾਨਾਂ ਦਾ ਨਾਂ ਹੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਿਆ ਹੈ, ਕਿਉਂਕਿ ਗੁਰੂ ਦੁੱਖਾਂ ਨੂੰ ਮਿਟਾ ਦੇਣ ਵਾਲਾ ਹੈ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਉਹ ਮੇਰੀ ਅੰਦਰ ਦੀ ਅਰਦਾਸ ਸੁਣਦਾ, ਬੇਨਤੀ ਸੁਣਦਾ। ਜਦੋਂ ਦੁੱਖ ਆਏ ਸਤਿਗੁਰੂ ਦੇ ਚਰਨਾਂ 'ਚ ਆਪਾ ਆਪ ਭੇਟ ਕਰੀਏ, ਕਿਤੇ ਦੌੜੀਏ ਨਾ ਭੱਜੀਏ ਨਾ। ਸਿੱਖ ਦੀ ਜ਼ਿੰਦਗੀ ਦਾ ਕਰਮ ਹੀ ਇਹ ਰਿਹਾ। ਛੋਟੇ ਜਿਹੇ 2-3 ਇਤਿਹਾਸ ਦੇ ਬੋਲ ਕਵਾਂ ਨਾਲ ਨਾਲ। ਕਦੀ ਇੱਥੇ ਬੈਠਿਆਂ ਇਸੇ ਅਸਥਾਨ ਤੇ ਇਸ ਘਰ ਵੱਲ ਕੈਰੀ ਨਜ਼ਰ ਕਰਕੇ ਢਾਉਣ ਲਈ ਆਉਂਦਾ ਹੈ ਸੁਲਹੀ ਖਾਂ, ਕਦੀ ਆਉਂਦੇ ਸੁਲਭੀ ਖਾਂ। ਸਤਿਗੁਰੂ ਨੇ ਵੇਖਿਆ ਤੇ ਮਹਾਰਾਜ ਜੀ ਦੇ ਨਾਲ ਦੇ ਪਿਆਰ ਵਾਲੇ ਗੁਰਸਿੱਖ ਆਪੋ ਆਪਣੀਆਂ ਵਿਚਾਰਾਂ ਰੱਖਦੇ ਆ। ਮਹਾਰਾਜ ਕੀ ਕਰਨਾ ਚਾਹੀਦਾ ਜੇ ਜ਼ਿੰਦਗੀ 'ਚ ਔਖੀ ਘੜੀ ਆਈ ਹੈ, ਦੁੱਖ ਆਇਆ, ਕੀ ਕਰਨਾ ਚਾਹੀਦਾ? ਰੱਬੀ ਬਾਣੀ 'ਚ ਸੁਨੇਹਾ ਦਿੰਦੇ ਨੇ ਗੁਰੂ ਅਰਜਨ ਦੇਵ ਸਾਹਿਬ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ। ਮੈਂ ਆਪਣੇ ਗੁਰੂ ਨੂੰ ਆਖਿਆ, ਭਗਤ ਬਾਬਾ ਕਬੀਰ ਸਾਹਿਬ ਜੀ ਮਹਾਰਾਜ ਜ਼ਿੰਦਗੀ ਵਿੱਚ ਜਦੋਂ ਸੱਚ ਦੀ ਆਵਾਜ਼ ਦਿੱਤੀ, ਕ੍ਰਾਂਤੀਕਾਰੀ ਬੋਲ ਆਖੇ, ਔਰ ਉਸ ਭਗਤ ਦੇ ਉੱਤੇ ਬੜੀ ਵੱਡੀ ਦੁੱਖ ਦੀ ਵਿਪਤਾ ਆ ਬਣੀ। ਵਕਤੀ ਬਾਦਸ਼ਾਹ ਸਿਕੰਦਰ ਲੋਧੀ ਆਖਦਾ ਹੈ ਕਿ ਭਗਤ ਕਬੀਰ ਜੀ ਨੂੰ ਬੇੜੀਆਂ 'ਚ ਬੰਨ੍ਹ ਕੇ, ਸੰਗਲਾਂ ਨਾਲ ਬੰਨ੍ਹ ਕੇ ਹਾਥੀ ਦੇ ਮੋਰੇ ਸੁੱਟ ਦਿਓ ਔਰ ਹਾਥੀ ਲਤਾੜ ਕੇ ਮਾਰ ਦੇ। ਭਗਤ ਜੀ ਨੇ ਕਿਸੇ ਸੰਸਾਰੀ ਬੰਦੇ ਅੱਗੇ ਤਰਲਾ ਨਹੀਂ ਲਿਆ। ਭਗਤ ਜੀ ਦੀ ਬਾਣੀ ਦਾ ਬਚਨ ਹੈ, ਪੂਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ, ਹਸਤ ਭਾਗ ਕੈ ਚੀਸਾ ਮਾਰੈ, या मूर्त कहो जाऊं बलिहार। शरीर नूं बन के हाथी अगे सुटिया ते हाथी नूं आखिया लताड़। गुरु नाल जुड़िया, रब नाल जुड़िया भगत कहंदा है, आहे मेरे ठाकुर तुमरा जोर। महाराज तेरा तान बहुत वड्डा है। काजी बकबो हस्ती तोर। काजी आखदा है हाथी नूं अगे चल। हस्त ना तोरे धरे ध्यान, वाह के हृदय बसे भगवान। अज तक ये नहीं होया भी किसी हाथी नूं कदी तोरिया होवे ओ महावत दी मनणों बंद करदा है, सामने वाले ते किते तरस कर ले। पर जिद्दण मालक रखण वाला होवे, याद रखो वो हाथियां विच वस के भी अपने भगत दी पैज रखदा है। हस्त ना तोरे धरे ध्यान, वाह के हृदय बसे भगवान। क्या अपराध संत है कीना, बांध पोट कुंचर को दीना। कुंचर पोट ले ले नमस्कार है, बुझी नहीं काजी अंधियार है। महाराज कहंदे हाथी नूं समझ आया, पर अन्ने काजी नूं नहीं पता लगा। तिन ही सुनिया दुख सुख मेरा। श्री अकाल तख्त साहिब दे सन्मुख जदों सामने खड़ोवो ना, घड़ियां दो घड़ियां हाथ जोड़ के कदी महसूस करके वेखियो, धन गुरु हरगोबिंद साहब सच्ची सरकार साक्षात विराजमान है। सुन वाले दीन दुखियां दी बड़ी संगत आई ते संगत दे बिल्कुल पिछले पासे दो निमाणे जै दास बन के खड़ोते हुए है। संगत बेनती करती है, धन गुरु हरगोबिंद साहब महाराज बैठे हैं। नजर पई, महाराज कहंदे आ बहादुर बाबा बिधि चंद साहब नूं, बाबा जी बिधि चंद जी, और दो जेड़े पिछे खड़ोते ने उन्होंने अगे लियाओ। दोनों नूं अगे लियांदा। सतगुरु तीन सवाल कीते, कौन हो, कित्थों आए हो, किवें आए हो। पहला जवाब दिता, महाराज मेरा नाम है धर्मा,
ਆ ਮੇਰਾ ਪੁੱਤ ਆ ਸਾਧੂ। ਦੂਜੀ ਗੱਲ ਦਾ ਜਵਾਬ ਦਿੱਤਾ ਵੀ ਕਿੱਥੋਂ ਆਏ ਆ? ਮਹਾਰਾਜ ਮਲਪੁਰ ਦੀ ਧਰਤੀ ਦੇ ਰਹਿਣ ਵਾਲੇ ਆ। ਤੀਜਾ ਸਵਾਲ ਇਹ ਕਿਵੇਂ ਆਏ ਹੋ? ਅੱਖਾਂ ਭਰ ਗਈਆਂ, ਪਾਤਸ਼ਾਹ ਤੈਨੂੰ ਨਹੀਂ ਦੱਸ ਸਕਦੇ, ਤੂੰ ਅੰਦਰ ਦੀ ਜਾਣਦਾ ਹੈ। ਮਹਾਰਾਜ ਕਹਿੰਦੇ ਨੇ ਨਹੀਂ, ਬੋਲ ਕੇ ਦੱਸੋ ਕੀ ਕਰਨ ਆਏ ਹੋ? ਭਾਈ ਧਰਮਾਂ ਦੀਆਂ ਅੱਖਾਂ ਭਰ ਗਈਆਂ, ਸੱਚੇ ਪਾਤਸ਼ਾਹ ਬੜੇ ਗਰੀਬ ਆ। ਤਨ ਤੇ ਪਾਏ ਹੋਏ ਕੱਪੜਿਆਂ ਵੱਲ ਵੇਖ ਕੇ ਅੰਦਾਜ਼ਾ ਲੱਗਦਾ ਹੋਏਗਾ ਗਰੀਬੀ ਕਿੰਨੀ ਹੈ। ਕੱਪੜੇ ਪਾਏ ਲੀਰਾਂ ਹੋ ਗਏ, ਕਈ ਕਈ ਦਿਨ ਲੰਘ ਜਾਂਦੇ ਨੇ, ਪ੍ਰਸ਼ਾਦਾ ਨਹੀਂ ਮਿਲਦਾ, ਬਸ ਇੰਨਾ ਹੀ ਤਰਲਾ ਹੈ, ਰੱਜਵੀਂ ਰੋਟੀ ਮਿਲ ਜਾਏ, ਪਾਉਣ ਲਈ ਤਨ ਕੱਜਣ ਲਈ ਬਸਤਰ ਮਿਲ ਜਾਏ, ਤੇ ਮਹਾਰਾਜ ਛੋਟਾ ਜਿਹਾ ਕਿਤੇ ਘਰ ਮਿਲ ਜਾਏ ਤੇ ਬੜਾ ਸ਼ੁਕਰਾਨਾ ਹੈ। ਮਹਾਰਾਜ ਮੁਸਕਰਾ ਕੇ ਪੁੱਛਦੇ ਆ ਘਰ ਜ਼ਰੂਰੀ ਹੈ, ਕੀ ਕਰਨਾ? ਕਹਿਣ ਲੱਗਾ ਮਹਾਰਾਜ ਆ ਮੇਰਾ ਪੁੱਤ ਹੈ, ਨਿੱਕੇ ਹੁੰਦਿਆਂ ਨੂੰ ਇਹਦੀ ਮਾਂ ਛੱਡ ਕੇ ਚਲੀ ਗਈ, ਮੇਰੀ ਪਤਨੀ ਚੜ੍ਹਾਈ ਕਰ ਗਈ, ਮੈਂਨੂੰ ਪਾਲਿਆ। ਮਹਾਰਾਜ ਮੇਰਾ ਮਨ ਨੇ ਕਿਤੇ ਜੀਂਦੇ ਜੀ ਟਿਕਾਣਾ ਮਿਲ ਜਾਏ ਤੇ ਇਸ ਪੁੱਤ ਦਾ ਘਰ ਵਸ ਜਾਏ। ਮਹਾਰਾਜ ਕਹਿੰਦੇ ਨੇ ਬਸ ਇੰਨੀ ਬੇਨਤੀ, ਇੰਨੀ ਬੇਬਲਤਾ ਹੈ? ਕਹਿਣ ਲੱਗਾ ਸਤਿਗੁਰੂ ਬਸ ਇੰਨੀ ਹੈ ਤੇ ਤੁਸੀਂ ਹੀ ਜਾਣਦੇ ਹੋ, ਤੁਹਾਡੇ ਬਿਨਾ ਜਾਣਦਾ ਕੋਈ ਨਹੀਂ। ਮਹਾਰਾਜ ਆਵਾਜ਼ਾਂ ਦਿੰਦੇ ਆ, ਬਿਧੀ ਚੰਦ ਜੀ ਸਾਡੇ ਪਰਿਵਾਰ ਨੂੰ ਲਿਆਓ ਇੱਥੇ ਨਜ਼ਦੀਕ। ਪਰਿਵਾਰ ਨੇੜੇ ਆਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਆ ਬਾਬਾ ਜੀ ਗਲ ਵਿੱਚ ਪੱਲੂ ਪਾ ਕੇ ਇੱਕ ਅਰਦਾਸ ਕਰੋ। ਅਰਦਾਸ ਕੀ ਹੈ? ਅਸੀਂ ਅੱਜ ਤੋਂ ਆਪਣੀ ਸੁਪੁੱਤਰੀ ਬੀਬੀ ਵੀਰੋ ਦਾ ਰਿਸ਼ਤਾ ਭਾਈ ਸਾਧੂ ਨਾਲ ਜੋੜਦੇ ਹਾਂ। ਯਾਦ ਰੱਖਿਓ ਬੀਬੀ ਵੀਰੋ ਦਾ ਰਿਸ਼ਤਾ ਮਹਾਰਾਜ ਏਦਾਂ ਕੀਤਾ ਇੱਥੇ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਉਹ ਸਿਰਫ ਇਸੇ ਲਈ ਆਇਆ ਤਨ ਤੇ ਪਾਉਣ ਲਈ ਕੱਪੜਾ ਮਿਲ ਜਾਏ, ਰੋਜ਼ੀ ਮਿਲ ਜਾਏ, ਘਰ ਰਹਿਣ ਲਈ ਛੱਤ ਮਿਲ ਜਾਏ। ਪਰ ਜਦੋਂ ਸਤਿਗੁਰੂ ਆਪਣੀ ਬੱਚੀ ਦਾ ਹੀ ਰਿਸ਼ਤਾ ਜੋੜ ਦਿੱਤਾ, ਭਾਈ ਧਰਮੇ ਦੀਆਂ ਅੱਖਾਂ ਭਰੀਆਂ, ਮਹਾਰਾਜ ਅਸੀਂ ਇਹਦੇ ਕਾਬਲ ਨਹੀਂ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਆ ਜਿੱਥੇ ਖੜੋਤੇ ਹੋ ਨਾ, ਕਦੀ ਦਾਦਾ ਗੁਰੂ ਧੰਨ ਗੁਰੂ ਰਾਮਦਾਸ ਵੀ ਇਵੇਂ ਹੀ ਗੁਰੂ ਅਮਰਦਾਸ ਦੇ ਚਰਨਾਂ 'ਚ ਗਏ ਸਨ, ਬਿਲਕੁਲ ਨਿਮਾਣੇ ਹੋ ਕੇ, ਤੇ ਮਾਣ ਬਖਸ਼ਣ ਵਾਲਾ ਫਿਰ ਬਖਸ਼ ਦਿੰਦਾ। ਵੇਖੋ ਅਰਦਾਸ ਵਿੱਚ ਰੋਜ਼ਾਨਾ ਹਰ ਗੁਰਦੁਆਰੇ 'ਚ ਬੋਲ ਕਹੇ ਜਾਂਦੇ ਆ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ। ਇਹ ਤੇ ਕਿਹਾ ਹੀ ਜਾਂਦਾ ਨਾ, ਬਸ ਇੰਨਾ ਹੈ। ਕਦੀ ਸਾਡਾ ਅੰਦਰਲਾ ਇਹ ਕਹਿਦਾ ਹੈ ਕਿ ਅੱਜ ਮੈਂ ਸੱਚੀ ਨਿਮਾਣਾ ਬਣ ਕੇ ਆਇਆ। ਇਹ ਵਾਅਦਾ ਗੁਰੂ ਘਰ ਦਾ ਪਿਆਰਿਓ, ਜਿੱਦਣ ਕੋਈ ਨਿਮਾਣਾ ਬਣ ਕੇ ਆ ਜਾਏ ਗੁਰੂ ਮਾਣ ਦੇ ਕੇ ਤੋਰੇਗਾ। ਗੁਰੂ ਮਾਣ ਤੋਂ ਬਿਨਾਂ ਨਹੀਂ ਭੇਜਦਾ, ਕਿਉਂਕਿ ਉਹਦੇ ਤੋਂ ਬਿਨਾਂ ਸਾਡੀ ਸੁਣਨ ਵਾਲਾ ਹੈ ਹੀ ਕੋਈ ਨਹੀਂ। ਭਗਤ ਜੀ ਬੜਾ ਵਿਸ਼ਵਾਸ ਦਾ ਇੱਕ ਬਚਨ ਆਂਦੇ ਹੈ, ਕਹਿੰਦੇ ਨੇ ਤੇਰਾ ਪਿਆਰ ਤੇ ਗੁਰੂ ਨਾਲ ਇਦਾਂ ਦਾ ਬਣ ਜਾਏ, ਗੁਰੂ ਨੂੰ ਆਖ ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਤਾਂ ਰੱਖੇ ਕਵਨਾ। ਜੇ ਤੂੰ ਮਾਰਨ ਤੇ ਆ ਜਾਏ ਤੇ ਰੱਖੇਗਾ ਕੌਣ? ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਤਾਂ ਰੱਖੇ ਕਵਨਾ। ਰਾਮ ਜਪਤ ਤਨ ਜਰ ਕੀ ਨਾ ਜਾਏ, ਰਾਮ ਨਾਮ ਚਿਤ ਰਹਿਓ ਸਮਾਏ। ਕਾ ਕੋ ਜਰੇ ਕਾਹੇ ਹੋਏ ਹਾਨ, ਕਿਹਦਾ ਸੜਦਾ, ਕਿਹਦੀ ਹਾਨੀ ਹੋ ਰਹੀ ਹੈ? ਸਾਡਾ ਤੇ ਹੈ ਹੀ ਕੁਛ ਨਹੀਂ। ਨੱਟ ਵੱਟ ਖੇਲੇ ਸਾਰੰਗ ਪਾਨ। ਭਗਤ ਜੀ ਕਹਿੰਦੇ ਸਿਰਫ ਦੋ ਹੀ ਗੱਲਾਂ ਕਿਹਾ ਕਰ ਰੋਜ਼। ਉਹ ਗੱਲਾਂ ਕੀ ਨੇ? ਕਹੇ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਜੇ ਮਾਲਕ ਹੈ ਤੇ ਰੱਖੇਗਾ ਜ਼ਰੂਰ। ਸਾਡਾ ਇੰਨਾ ਸਿਦਕ ਬਣ ਜਾਏ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਉਹਨੂੰ ਕੋਈ ਕਿਤੇ ਬਹਿ ਕੇ ਚੇਤੇ ਕਰ ਲੈ, ਹਰ ਥਾਂ ਆਉਂਦਾ ਹੈ, ਕਿਉਂਕਿ ਕਰਤਾ ਵੀ ਉਹੀ ਹੈ, ਭਰਤਾ ਵੀ ਉਹੀ ਹੈ। ਯਾਦ ਰੱਖਿਓ ਹਰਤਾ ਵੀ ਉਹੀ ਹੋਵੇ। ਕਰਤਾ ਭਰਤਾ ਤੇ ਹਰਤਾ ਮਾਲਕ ਤੋਂ ਬਿਨਾਂ ਨਹੀਂ। ਇਹ ਕਰਜ਼ ਨਾਲ ਹੋਰ ਕਰਦੇ ਆ।
ਸਵਾਰਥ ਵਿੱਚ ਕੀਤੀ ਹੋਈ ਬੇਨਤੀ ਪ੍ਰਵਾਨ ਨਹੀਂ ਹੁੰਦੀ। ਖਡੂਰ ਸਾਹਿਬ ਦੀ ਧਰਤੀ, ਮਾਲਕ ਗੁਰੂ ਅੰਗਦ ਸਾਹਿਬ ਬਿਰਾਜਮਾਨ ਹੈ। ਪਿਆਰ ਵਾਲਾ ਇੱਕ ਸਿੱਖ ਭਾਈ ਜੀਵਾ ਰੋਜ਼ਾਨਾ ਕੁਝ ਨਾ ਕੁਝ ਬਣਾ ਕੇ ਲਿਆਉਣਾ। ਇੱਕ ਦਿਨ ਘੜੀ ਪ੍ਰੀਖਿਆ ਦੀ ਆਈ, ਮੀਂਹ ਹਨੇਰੀ ਚੱਲਿਆ। ਮਨ ਵਿੱਚ ਇਹ ਅਰਦਾਸ ਬਣ ਆਈ, ਭਾਵਨਾ ਬਣ ਆਈ, ਮੀਂਹ ਹਨੇਰੀ ਨਾ ਰੁਕਿਆ ਤੇ ਸ਼ਾਇਦ ਭੇਟ ਨਾਲ ਜਾ ਸਕਾਂ, ਖਿਚੜੀ ਬਣਾ ਕੇ ਨਾਲ ਜਾ ਸਕਾਂ। ਅਰਦਾਸ ਕੀਤੀ, ਹਨੇਰੀ ਰੁਕ ਗਈ। ਭੇਟਾ ਲੈ ਕੇ ਮਹਾਰਾਜ ਕੋਲ ਪੜਿਆ। ਹਜ਼ੂਰ ਕਹਿੰਦੇ ਅੱਜ ਇਹ ਪ੍ਰਵਾਨ ਨਹੀਂ। ਕਈਆਂ ਦਾ ਰਿਜ਼ਕ ਖੋ ਕੇ ਫਿਰ ਤੂੰ ਸਾਨੂੰ ਦੇ ਰਿਹਾ, ਅੱਜ ਇਹ ਪ੍ਰਵਾਨ ਨਹੀਂ। ਮਹਾਰਾਜ ਇਹ ਕਿਉਂ? ਸਤਿਗੁਰੂ ਕਹਿੰਦੇ ਅੱਜ ਅਰਦਾਸ ਪਰਮਾਰਥ ਲਈ ਨਹੀਂ ਕੀਤੀ, ਅੱਜ ਤੇ ਜਿਹੜੀ ਤੇਰੀ ਅਰਦਾਸ ਹੈ ਉਹ ਸਵਾਰਥੀ ਬਣ ਗਈ। ਯਾਦ ਰੱਖਿਓ, ਹਿਰਦੇ ਦੀ ਉਹ ਸੁਣਦਾ ਹੈ ਪਰ ਉਹਦੇ ਵਿੱਚ ਸਵਾਰਥ ਨਾ ਹੋਵੇ। ਪਰਮਾਰਥ ਦੀ ਗੱਲ ਬਣ ਜਾਏ, ਉਹਦੇ ਨਾਲ ਜੁੜਨ ਦੀ ਗੱਲ ਬਣ ਜਾਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਦੁੱਖਾਂ ਸੁੱਖਾਂ ਨੂੰ ਸੁਣਨ ਵਾਲਾ ਉਹ ਹੈ, ਔਰ ਉਹਦੀ ਵਿਧੀ ਵਿਧਾਨ ਅਜਿਹਾ ਹੈ ਕਿ ਉਹ ਸਭਨਾਂ ਦੀ ਝੋਲੀ ਵਿੱਚ ਦਾਤ ਪਾਉਂਦਾ ਹੈ ਔਰ ਸਭ ਨੂੰ ਬਖਸ਼ਣਹਾਰਾ ਹੈ। ਜੀ ਕੀ ਇੱਕ ਹੀ ਪਹਿਮਾਨੀ। ਜਿੰਦ ਦੀ ਜਿਹੜੀ ਅਰਦਾਸ ਹੈ, ਇਹ ਬੜੀ ਵੱਡੀ ਮੋਹਰ ਲਾਈ ਮਹਾਰਾਜ ਨੇ। ਜਿੰਦ ਦੀ ਅਰਦਾਸ ਸਿਰਫ ਇੱਕ ਦੇ ਚਰਨਾਂ 'ਚ ਹੀ ਹੋ ਸਕਦੀ ਹੈ, ਹੋਰ ਕਿਤੇ ਨਹੀਂ। ਜੀ ਕੀ ਇੱਕ ਹੀ ਪੈਮਾਨੀ। ਜਿੰਦ ਦੀ ਅਰਦਾਸ ਇੱਕ ਅਕਾਲ ਪੁਰਖ ਦੇ ਚਰਨਾਂ ਵਿੱਚ ਹੀ ਪ੍ਰਵਾਨ ਹੁੰਦੀ ਹੈ। ਅਵਰ ਜਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਕਹਿੰਦੇ ਨੇ ਹੋਰ ਜਿੰਨੇ ਮਰਜ਼ੀ ਕੋਈ ਯਤਨ ਕਰੀ ਜਾਏ, ਤਿਲ ਜਿੰਨਾ ਵੀ ਉਹਦਾ ਫਲ ਤੇਰੀ ਝੋਲੀ ਵਿੱਚ ਨਹੀਂ ਪਏਗਾ। ਅਵਰ ਕਰਤੂਤ ਸਗਲੀ ਜਮ ਦਾਨੈ, ਗੋਵਿੰਦ ਭਜਨ ਬਿਨ ਤਿਲ ਨਹੀਂ ਮੰਨੈ। ਬਾਕੀ ਸਾਡੇ ਜਿਹੜੇ ਕਰਮ ਹੈ, ਅਵਰ ਯਤਨ ਹੈ, ਉਹ ਯਤਨ ਕੀ ਨੇ? ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ, ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਦੇ ਫਿਰਿਆ। ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੈ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਂਤੀ। ਕੋਈ ਵਰਤ ਰੱਖੀ ਜਾਏ, ਕੋਈ ਕਿਸੇ ਤਰ੍ਹਾਂ ਦੇ ਪਖੰਡ ਕਰੀ ਜਾਏ, ਯਾਦ ਰੱਖੋ ਇਹਨਾਂ ਚੀਜ਼ਾਂ ਨਾਲ ਮਾਲਕ ਕਦੇ ਰੀਝਦਾ ਨਹੀਂ। ਉਹ ਅੰਦਰ ਨੂੰ ਵੇਖਦਾ ਵੀ ਅੰਦਰ ਦਾ ਸ਼ੀਸ਼ਾ ਕਿਦਾਂ ਦਾ ਹੈ, ਮੈਲਾ ਹੈ ਕਿ ਸਾਫ਼ ਹੈ। ਅਸੀਂ ਤੇ ਸਾਰਿਆਂ ਮੱਥਾ ਟੇਕਿਆ, ਸਭ ਲਈ ਸਾਂਝਾ ਉਪਦੇਸ਼ ਹੈ। ਸੀਸ ਨਿਵਾਇਆ ਕਿਹਾ ਥੀਐ ਜਾ ਰਿਦੇ ਕਸੁੱਦੇ ਜਾਏ, ਅੰਦਰਲਾ ਮੈਲਾ ਤੇ ਸਿਜਦਾ ਤੇਰਾ ਪ੍ਰਵਾਨ ਨਹੀਂ। ਮਹਾਰਾਜ ਕਹਿੰਦੇ ਆ ਜਿੰਨੇ ਮਰਜ਼ੀ ਯਤਨ ਕਰੇ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਜਿੰਨੇ ਮਰਜ਼ੀ ਯਤਨ ਕਰ, ਜਿੰਨੇ ਮਰਜ਼ੀ ਦੌੜ, ਪਰ ਮਾਲਕ ਤੋਂ ਬਿਨਾ ਸੁਣਨ ਵਾਲਾ ਕੋਈ ਨਹੀਂ। ਬੜਾ ਪਿਆਰਾ ਬਚਨ ਗੁਰੂ ਅਰਜਨ ਦੇਵ ਸਾਹਿਬ ਸਤਿਗੁਰੂ ਦਾ ਹੈ। ਆਸਾ ਰਾਗ ਅੰਦਰ ਮਹਾਰਾਜ ਕਹਿੰਦੇ ਆ, ਜਿਸ ਮਾਨੁਖ ਪਹਿ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਜਿਹਨੂੰ ਜਾ ਕੇ ਦੁੱਖ ਦੱਸੇਗਾ ਨਾ, ਤੇਰੇ ਨਾਲੋਂ ਦੁੱਗਣਾ ਦੁਖੀ ਹੋਏਗਾ ਸਾਹਮਣੇ ਵਾਲਾ। ਹੋ ਸਕਦਾ ਹੈ ਤੇਰਾ ਦੁੱਖ ਸੁਣ ਕੇ ਅਗਲਾ ਹੱਸ ਵੀ ਪਏ, ਮਜ਼ਾਕ ਵੀ ਉਡਾ ਦੇ। ਜਿਸ ਮਾਨੁਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ, ਤਿੰਨ ਭਉ ਸਾਗਰ ਤਰਿਆ। ਗੁਰ ਹਰ ਬਿਨ ਕੋ ਨਾ ਬਿਰਥਾ ਦੁੱਖ ਕਾਟੈ, ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਤਿਤ ਮਾਨ ਮਹਤ ਜਸ ਘਾਟੈ। ਗੁਰੂ ਤੋਂ ਬਿਨਾਂ ਦੁੱਖਾਂ ਨੂੰ ਕੱਟਣ ਵਾਲਾ ਕੋਈ ਨਹੀਂ। ਮਾਲਕ ਨੂੰ ਛੱਡ ਕੇ ਕਿਸੇ ਹੋਰ ਦਾ ਸੇਵਕ ਬਣੇਗਾ ਨਾ, ਤੇਰਾ ਮਾਣ ਘਟੇਗਾ, ਵਧੇਗਾ ਨਹੀਂ। ਇਸ ਲਈ ਜੀ ਕੀ ਇੱਕ ਹੀ ਪਹਿਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਮਾਲਕ ਦੇ ਦਰ ਨੂੰ ਛੱਡ ਕੇ ਕੀਤੇ ਹੋਏ ਅਨੇਕਾਂ ਯਤਨ ਸਾਹਿਬ ਦੇ ਚਰਨਾਂ ਤੱਕ ਪਹੁੰਚਣ ਦੀ ਮਦਦ ਨਹੀਂ ਕਰਦੇ, ਬਲਕਿ ਉਹਨਾਂ ਦਾ ਤਿਲ ਜਿੰਨਾ ਵੀ ਫਲ
ਨਹੀਂ ਮਿਲਦਾ। ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਜਦੋਂ ਫਿਰ ਕੋਈ ਗੁਰੂ ਦਾ ਹੁੰਦਾ ਹੈ, ਆਪਣੇ ਹਿਰਦੇ ਦੀ ਪੀੜ ਦੁੱਖ ਗੁਰੂ ਦੇ ਚਰਨਾਂ 'ਚ ਭੇਟ ਕਰਦਾ ਹੈ ਤੇ ਸਤਿਗੁਰੂ ਤਰੁੱਠ ਕੇ ਦਾਤ ਦਿੰਦੇ ਆ। ਉਹ ਦਾਤ ਕੀ ਹੈ? ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਬੜਾ ਹੀ ਅਮੁੱਲਾ ਹੀਰਾ ਹੈ ਪਰਮ ਪਿਤਾ ਪਰਮੇਸ਼ਰ ਦਾ ਨਾਮ। ਗੁਰ ਦੀਨੋ ਮੰਤਾਨੀ, ਗੁਰੂ ਨੇ ਨਾਮ ਮੰਤਰ ਦੀ ਦਾਤ ਦਿੱਤੀ। ਗੁਰ ਮੰਤਰ, ਮੂਲ ਮੰਤਰ, ਜਾਂ ਕਹੀਏ ਨਮੋ ਮੰਤਰ ਮੰਤਰੇ, ਨਮੋ ਜੰਤਰ ਜੰਤਰੇ, ਜਿਹੜਾ ਮੰਤਰਾਂ ਦਾ ਵੀ ਸ੍ਰੇਸ਼ਟ ਮੰਤਰ ਹੈ, ਮੂਲ ਮੰਤਰ। ਗੁਰੂ ਨੇ ਨਾਮ ਦੀ ਦਾਤ ਦਿੱਤੀ। ਇਹਨੂੰ ਹੋਰ ਸੌਖਾ ਸਮਝ ਲਈਏ ਪਿਆਰ ਵਾਲਿਓ, ਆਹ ਜਿਹੜੇ ਦਿਨ ਚੱਲ ਰਹੇ ਨੇ, ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਬੜੀ ਭਾਵਨਾ ਨਾਲ ਸੰਗਤਾਂ 7 ਤਰੀਕ ਨੂੰ ਇਸ ਵਾਰੀ ਮਨਾ ਰਹੀਆਂ ਨੇ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗਹੁ ਨਾਲ ਸਮਝੋਗੇ, ਪੜੋਗੇ, 6 ਕੁ ਪੱਖ ਐਸੇ ਹੈ ਜਿਹਦਾ ਮਹਾਰਾਜ ਬੜਾ ਧਿਆਨ ਰੱਖਿਆ। ਜੇ ਗੁਰੂ ਦੇ ਨਾਮ ਅੰਮ੍ਰਿਤ ਨੂੰ ਸਮਝ ਲਈਏ, ਜਿੱਦਣ ਰੱਬੀ ਬਾਣੀ ਸਤਿਗੁਰੂ ਨੇ ਲਿਖਵਾਈ, ਰੱਬੀ ਖਜ਼ਾਨਾ ਝੋਲੀ ਪਾਇਆ, 6 ਚੀਜ਼ਾਂ ਨੂੰ ਸਮਝੀਏ, ਝੋਲੀ ਵਸਾ ਲਈਏ, ਗੁਰੂ ਕਿਰਪਾ ਕਰੇ ਜੀਵਨ ਪਾਰ ਲੰਘ ਜਾਏ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮਹਾਰਾਜ ਕਿਤੇ ਵੀ ਹਉ ਦਾ, ਮੈਂ ਦਾ, ਹੰਕਾਰ ਦਾ ਪ੍ਰਗਟਾਵਾ ਨਹੀਂ ਕੀਤਾ। ਕਿਤੇ ਵੀ ਅਕਾਲ ਪੁਰਖ ਦਾ ਰੂਪ ਹੁੰਦਿਆਂ ਵੀ ਮਹਾਰਾਜ ਆਪਣੇ ਆਪ ਨੂੰ ਦਾਸਨ ਦਾਸ, ਨੀਚ, ਨਿਮਾਣਾ, ਨਿਮਾਣਾ ਨਿਤਾਣਾ ਤੱਕ ਮਹਾਰਾਜ ਬਚਨ ਆਖਿਆ। ਕਿਤੇ ਵੀ ਹਉ ਨਹੀਂ ਹੈ। ਅਰਦਾਸ ਕਰੋ, ਗੁਰੂ ਰਾਮਦਾਸ ਜੀ ਦੇ ਦਰ ਤੇ ਆਇਓ, ਜੀਵਨ ਵਿੱਚੋਂ ਹਉ ਦਾ ਨਾਸ ਹੋ ਜਾਏ। ਦੂਸਰਾ ਪੱਖ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮਹਾਰਾਜ ਨੇ ਕਿਤੇ ਵੀ ਜਦੋਂ 31 ਰਾਗ ਵਰਤੇ ਨਾ, 2 ਰਾਗ ਨੇ ਇਹਦੇ ਵਿੱਚ ਵਰਤੇ ਗਏ, ਇੱਕ ਦੀਪਕ ਤੇ ਇੱਕ ਮੇਘ। ਦੀਪਕ ਤੇ ਮੇਘ ਰਾਗ ਰੱਬੀ ਬਾਣੀ 'ਚ ਨਹੀਂ ਵਰਤਿਆ। ਦੀਪਕ ਔਰ ਮੇਘ ਤੋਂ ਭਾਵ ਅਰਥੇ ਵੇ, ਇੱਥੇ ਕੋਈ ਖੁਸ਼ੀ ਵਿੱਚ ਇੰਨਾ ਖੀਵਾ ਨਾ ਹੋ ਜਾਏ ਕਿ ਰੱਬ ਭੁੱਲ ਜਾਏ, ਗਮੀ ਵਿੱਚ ਇੰਨਾ ਗਮਗੀਨ ਨਾ ਹੋ ਜਾਏ ਰੱਬ ਨੂੰ ਉਲਾਮੇ ਦੇਣ ਲੱਗ ਪਏ। ਇੱਥੇ ਆਨੰਦ ਦੀ ਅਵਸਥਾ ਹੈ। ਤੇਰੇ ਘਰ ਆਨੰਦ ਵਧਾਈ ਤੁਧ ਘਰ। ਇੱਥੇ ਕੋਈ ਚਲਿਆ ਗਿਆ ਹੈ ਤੇ ਗਮੀ ਨਹੀਂ, ਆ ਗਿਆ ਤੇ ਖੁਸ਼ੀ ਨਹੀਂ। ਸਿੱਖ ਆਨੰਦ ਵਿੱਚ ਖੇੜੇ 'ਚ ਜੀਂਦਾ ਹੈ। ਇੱਥੇ ਹਉ ਦਾ ਪ੍ਰਗਟਾਵਾ ਨਹੀਂ। ਦੂਜਾ ਦੀਪਕ ਤੇ ਮੇਘ, ਖੁਸ਼ੀ ਤੇ ਗਮੀ ਦੀ ਗੱਲ ਨਹੀਂ। ਤੀਸਰੀ ਗੱਲ, ਮਹਾਰਾਜ ਨੇ ਰੱਬੀ ਬਾਣੀ ਦਰਜ ਕਰਦਿਆਂ, ਲਿਖਦਿਆਂ, ਖਜ਼ਾਨਾ ਦਿੰਦਿਆਂ ਕਿਤੇ ਵਿਤਕਰਾ ਨਹੀਂ ਪੈਣ ਦਿੱਤਾ। ਸੰਸਾਰ ਵਿੱਚ ਜਾਤ ਪਾਤ, ਭੇਦ ਭਾਵ, ਊਚ ਨੀਚ ਦੇ ਬੜੇ ਵਿਤਕਰੇ ਹੋਣਗੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿਤੇ ਵਿਤਕਰਾ ਨਹੀਂ ਹੋ ਸਕਦਾ ਕਿ ਵਿਤਕਰਾ ਕਰਦਿਆਂ ਭਗਤ ਨਾਮਦੇਵ ਮਹਾਰਾਜ ਨੂੰ ਕੋਈ ਮੰਦਰ ਤੋਂ ਬਾਹਰ ਕੱਢਦਾ ਹੈ। ਵਿਤਕਰਾ ਕਰਦਿਆਂ ਕੋਈ ਇਹ ਕਹਿਦਾ ਹੈ ਕਿ ਬਾਬਾ ਕਬੀਰ ਸਾਹਿਬ ਤੈਨੂੰ ਰੱਬ ਦੇ ਨਾਂ ਲੈਣ ਦਾ ਅਧਿਕਾਰ ਨਹੀਂ। ਹੋ ਸਕਦਾ ਵਿਤਕਰਾ ਕਰਦਿਆਂ ਕੋਈ ਕਹਿ ਦੇ ਬਾਬਾ ਫਰੀਦ ਤੂੰ ਮੁਸਲਮਾਨ ਹੈ। ਪਰ ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਗੱਲ ਆਈ, ਜਦੋਂ ਮੱਥਾ ਟੇਕਿਆ ਨਾ, ਗੁਰੂ ਸਾਹਿਬਾਨਾਂ ਨੂੰ, ਭਗਤ ਜਨਾਂ ਨੂੰ, ਗੁਰਸਿੱਖਾਂ ਨੂੰ, ਗੁਰਭੱਟਾਂ ਨੂੰ, ਅਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਇਸ ਭਗਤ ਨੂੰ ਮੱਥਾ ਟੇਕਿਆ, ਇਸ ਨੂੰ ਨਹੀਂ। ਵਿਤਕਰਾ ਨਹੀਂ ਹੈ। ਅਰਦਾਸ ਕਰੋ ਜੀਵਨ ਵਿੱਚੋਂ ਵਿਤਕਰੇ ਵਾਲੀ, ਮੇਰ ਤੇਰ ਵਾਲੀ ਗੱਲ ਮੁੱਕ ਜਾਏ। ਚੌਥਾ ਪੱਖ, ਸਭ ਤੋਂ ਵੱਡੀ ਕਦਰ ਕੀਮਤ ਮਹਾਰਾਜ ਨੇ ਆਖੀ ਤੇ ਮਨੁੱਖਾਂ ਜੀਵਨ ਦੀ ਆਖੀ। ਬੜੇ ਦੇਸ਼ ਅੱਜ ਵੀ ਐਸੇ ਨੇ, ਕਿਤੇ ਕੋਈ ਬਿਮਾਰੀ ਲੱਗ ਜਾਏ ਕਹਿੰਦੇ ਨੇ ਇਹਦੀ ਬਿਮਾਰੀ ਹਟਣ ਵਾਲੀ ਨਹੀਂ, ਇਸ ਜੀਵਨ ਨੂੰ ਖਤਮ ਕਰ ਦਿਓ, ਮਿਟਾ ਦਿਓ। ਪਰ ਇੱਥੇ ਮਨੁੱਖਾਂ ਜੀਵਨ ਦੀ ਕਦਰ ਆਖੀ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਆਖਿਆ, ਵਾਰੀ ਹੈ।
ਜੀਵਨ ਵਿੱਚ ਸੰਸਾਰ ਦੇ ਬੜੇ ਰਸ ਮਾਣੇ ਆ, ਅਰਦਾਸ ਕਰੋ ਇਹਦੇ ਵਿੱਚ ਗੁਰੂ ਦਾ ਰਸ, ਨਿਰੰਕਾਰ ਦਾ ਰਸ ਮਾਣ ਸਕੀਏ। ਪੰਜਵੀਂ ਗੱਲ, ਇਸ ਘਰ ਵਿੱਚ ਪ੍ਰਚੰਡ ਭਗਤੀ ਨਹੀਂ ਹੈ, ਇੱਥੇ ਹੱਠ ਨਹੀਂ ਹੈ, ਇੱਕ ਲੱਤ ਤੇ ਖੜੋ ਕੇ ਅਰਦਾਸ ਦੀ ਗੱਲ ਨਹੀਂ ਹੈ, ਪ੍ਰਚੰਡ ਨਹੀਂ, ਇੱਥੇ ਸਹਿਜ ਹੈ, ਟਿਕਾ ਹੈ। ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਏ। ਛੇਵੀਂ ਗੱਲ, ਮਹਾਰਾਜ ਨੇ ਬਾਣੀ 'ਚ ਕਿਤੇ ਵੀ ਐਸ਼ ਲਈ ਸ਼ਬਦ ਨਹੀਂ ਵਰਤਿਆ, ਐਸ਼ ਦੀ ਗੱਲ ਨਹੀਂ ਕੀਤੀ, ਰਾਗ ਵਰਤੇ, ਰਾਗਣੀਆਂ ਨਹੀਂ ਵਰਤੀਆਂ। ਸਿੱਖ ਦਾ ਜੀਵਨ ਐਸਾ ਹੋ ਜਾਏ, ਇੰਨਾ ਟਿਕਾ ਆ ਜਾਏ, ਐਸ਼ ਵਾਲੀ ਜਿਹੜੀ ਗੱਲ ਹੈ ਉਹ ਜੀਵਨ ਵਿੱਚੋਂ ਖਤਮ ਹੋ ਜਾਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਬੀ ਰੂਪ 'ਚ ਜਦੋਂ ਖਜ਼ਾਨਾ ਬਖਸ਼ਿਆ, ਯਾਦ ਰੱਖਿਓ ਦੋ ਚੀਜ਼ਾਂ ਬੜੀਆਂ ਵੱਡੀਆਂ, ਗਿਆਨ ਤੇ ਸ਼ਰਧਾ। ਅੱਜ ਸਾਡੇ ਬਹੁਤੇ ਪ੍ਰਚਾਰਕ ਵੀਰ ਜ਼ਿਆਦਾ ਅਗਾਂਹ ਵਧੂ ਦੀ ਗੱਲ ਕਰਦੇ ਆ, ਸ਼ਰਧਾ ਨੂੰ ਮਨਫੀ ਕਰਦੇ ਜਾ ਰਹੇ ਹੈ। ਯਾਦ ਰੱਖਿਓ, ਧਰਮ ਵਿੱਚ ਸ਼ਰਧਾ ਨਾ ਹੋਈ, ਇੱਥੇ ਮੱਥਾ ਨਹੀਂ ਕੋਈ ਟੇਕੇਗਾ। ਸ਼ਰਧਾ ਹੈ ਤੇ ਪਿਆਰਿਓ ਬਹਿ ਕੇ ਸੁਣਿਆ ਜਾ ਰਿਹਾ, ਸ਼ਰਧਾ ਹੈ ਤੇ ਰੁਮਾਲੇ ਸਾਹਿਬ ਭੇਟ ਕੀਤੇ ਜਾ ਰਹੇ ਹੈ, ਸ਼ਰਧਾ ਹੈ ਤੇ ਇਸ਼ਨਾਨ ਕੀਤਾ ਜਾ ਰਿਹਾ, ਸ਼ਰਧਾ ਹੈ ਤੇ ਗੁਰੂ ਦੇ ਦਰ ਨੂੰ ਵਾਰ-ਵਾਰ ਸਿਜਦਾ ਕੀਤਾ ਜਾ ਰਿਹਾ। ਬੜੀ ਵੱਡੀ ਗੱਲ ਹੈ। ਜਿੱਦਨ ਮਹਾਰਾਜ ਸੇਵਾ ਬਖਸ਼ੀ ਨਾ, ਦੋ ਮਹਾਨ ਗੁਰਸਿੱਖ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ। ਕਮਾਲ ਇਹ ਵੇ, ਭਾਈ ਗੁਰਦਾਸ ਜੀ ਨੇ ਰੱਬੀ ਬਾਣੀ ਲਿਖਣ ਦੀ ਸੇਵਾ ਕੀਤੀ। ਯਾਦ ਰੱਖੋ, ਭਾਈ ਗੁਰਦਾਸ ਜੀ ਬਾਬਤ ਕਿਤੇ ਇਤਿਹਾਸ 'ਚ ਇਹ ਨਹੀਂ ਲਿਖਿਆ ਕਿ ਭਾਈ ਸਾਹਿਬ ਨੂੰ ਕਿਤੇ ਮਹਾਰਾਜ ਨੇ ਪ੍ਰਕਾਸ਼ ਜਾਂ ਸੁਖਾਸਨ ਦੀ ਸੇਵਾ ਦਿੱਤੀ ਹੋਵੇ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ 98 ਸਾਲ ਦੀ ਉਮਰ 'ਚ ਸੇਵਾ ਮਿਲੀ ਸਤਿਗੁਰੂ ਦੀ ਸੇਵਾ ਸੰਭਾਲਦੀ, ਪਰ ਬਾਬਾ ਬੁੱਢਾ ਸਾਹਿਬ ਬਾਬਤ ਕਿਤੇ ਨਹੀਂ ਲਿਖਿਆ ਮਿਲਦਾ ਕਿ ਬਾਬਾ ਬੁੱਢਾ ਸਾਹਿਬ ਨੇ ਲਿਖਣ ਦੀ ਕੋਈ ਸੇਵਾ ਕੀਤੀ ਹੋਵੇ। ਜਿਹਨੇ ਲਿਖਣ ਦੀ ਸੇਵਾ ਕੀਤੀ ਉਹਨੂੰ ਸੇਵਾ ਸੰਭਾਲਦੀ ਨਹੀਂ, ਜਿਹਨੂੰ ਸੇਵਾ ਸੰਭਾਲਦੀ ਸੇਵਾ ਹੈ ਉਹਨੂੰ ਲਿਖਣ ਦੀ ਨਹੀਂ। ਭਾਵ ਅਰਥ ਕੀ ਹੈ? ਬਾਬਾ ਬੁੱਢਾ ਸਾਹਿਬ ਸ਼ਰਧਾ ਦੇ ਸੂਚਕ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਗਿਆਨ ਦੇ ਸੂਚਕ ਹੈ। ਧਰਮ ਨੂੰ ਸਮਝਣਾ ਪਿਆਰਿਓ, ਗਿਆਨ ਵੀ ਚਾਹੀਦਾ ਤੇ ਸ਼ਰਧਾ ਵੀ ਚਾਹੀਦੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਜਦੋਂ ਕੋਈ ਗੁਰੂ ਕੋਲ ਆਉਂਦਾ ਸ਼ਰਧਾ ਰੱਖ ਕੇ, ਗੁਰੂ ਗਿਆਨ ਰਾਹੀਂ ਬਖਸ਼ਿਸ਼ ਰਾਹੀਂ ਦਾਤ ਝੋਲੀ ਪਾਉਂਦਾ। ਕਿਹੜੀ? ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ। ਪਰਮ ਪਿਤਾ ਪਰਮਾਤਮਾ ਦਾ ਅੰਮ੍ਰਿਤ ਨਾਮ ਹੀਰੇ ਵਰਗਾ ਗੁਰੂ ਨੇ ਮੰਤਰ ਰਾਹੀਂ, ਗੁਰ ਮੰਤਰ ਰਾਹੀਂ, ਮੂਲ ਮੰਤਰ ਰਾਹੀਂ ਆਪਣੇ ਜੀਵ ਦੇ ਜਨ ਦੇ ਸਿੱਖ ਦੀ ਝੋਲੀ ਵਿੱਚ ਪਾਇਆ ਹੈ। ਡਿਗੈ ਨਾ ਡੋਲਾ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਜਿਹਦੇ ਜੀਵਨ ਵਿੱਚ ਅੰਮ੍ਰਿਤ ਨਾਮ ਹੈ ਉਹਨੂੰ ਮਿਲਦਾ ਕੀ ਹੈ? ਉਹ ਫਿਰ ਵਿਕਾਰਾਂ ਦੇ ਵਿੱਚ ਡਿੱਗਦਾ ਨਹੀਂ, ਉਹ ਸੰਸਾਰ ਵਿੱਚ ਰਹਿੰਦਿਆਂ ਡੋਲਦਾ ਨਹੀਂ। ਗੁਰਮਤਿ ਮਾਰਗ ਚੱਲਣਾ ਛੱਡ ਸੱਜੇ ਖੱਬੇ, ਉਹ ਕਦੀ ਉੱਥੇ ਭਟਕਦਾ ਨਹੀਂ ਹੈ। ਫਿਰ ਉਹ ਇੱਕ ਦਾ ਹੋ ਜਾਂਦਾ ਹੈ, ਇੱਕ ਦੇ ਚਰਨਾਂ ਨਾਲ ਜੁੜ ਜਾਂਦਾ, ਉਹਦੇ ਹਿਰਦੇ ਦੀ ਆਵਾਜ਼ ਬਣਦੀ ਹੈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਡਿਗੈ ਨਾ ਡੋਲੇ, ਦ੍ਰਿੜ ਕਰ ਰਹੇ ਹੋ, ਉਹਦੇ ਜੀਵਨ ਵਿੱਚ ਇੰਨੀ ਦ੍ਰਿੜਤਾ ਆ ਜਾਂਦੀ ਹੈ, ਸੀਸ ਲੈ ਸਕਦਾ ਹੈ, ਤਨ ਚੀਰਿਆ ਜਾ ਸਕਦਾ ਹੈ, ਖੋਪਰੀ ਲੈ ਸਕਦੀ ਹੈ, ਬੰਦ ਜੁਦਾ ਹੋ ਸਕਦਾ ਹੈ, ਧੀਆਂ ਪੁੱਤਰਾਂ ਦੇ ਟੁਕੜੇ ਕਰ ਕਰ ਗਲਾਂ 'ਚ ਹਾਰ ਪੈ ਸਕਦੇ ਹੈ, ਪਰ ਉਹ ਫਿਰ ਡੋਲਦਾ ਨਹੀਂ। ਡਿੱਗੇ ਨਾ ਡੋਲੇ, ਦ੍ਰਿੜ ਕਰ ਰਹੇ ਹੋ, ਜੀਵਨ ਵਿੱਚ ਦ੍ਰਿੜਤਾ ਆ ਜਾਂਦੀ ਹੈ। ਪੂਰਨ ਹੋਏ ਤ੍ਰਿਪਤਾਨੀ, ਤੇ ਗੁਰੂ ਦੇ ਨਾਮ ਸਦਕਾ ਜੀਵਨ ਵਿੱਚ ਪੂਰਨ ਤੌਰ ਤੇ ਤ੍ਰਿਪਤ ਹੋ ਜਾਂਦਾ ਹੈ। ਓਏ ਜੋ बीच हम तुम कश होते,
ਤਿਨ ਕੀ ਬਾਤ ਬਿਲਾਨੀ। ਮਹਾਰਾਜ ਕਹਿੰਦੇ ਨਾਮ ਅੰਮ੍ਰਿਤ ਵਿੱਚੋਂ ਇਹ ਵੀ ਦਾਤ ਮਿਲਦੀ ਏ ਜਿਹੜੀਆਂ ਸਾਡੇ ਅੰਦਰ ਮੇਰ ਤੇਰ ਦੀਆਂ ਗੱਲਾਂ ਅਜੇ ਵਸੀਆਂ ਹੋਈਆਂ। ਬਿਸਰ ਗਈ ਸਭ ਤਾਤ ਪਰਾਈ। ਤਾਤ ਦਾ ਆਖਰੀ ਅਰਥ ਪਰਾਈ ਤਾਤ ਜਿਹੜਾ ਸਾੜਾ ਹੈ, ਜੈਲਸੀ ਕਰਨੀ ਕਿਸੇ ਨਾਲ, ਮੇਰ ਤੇ ਰੱਖਣੀ, ਇਹ ਉੱਚਾ ਹੈ ਇਹ ਨੀਵਾਂ ਹੈ, ਇਹ ਗਰੀਬ ਹੈ ਅਮੀਰ ਹੈ। ओए जो बीच हम तुम कश होते, ਜਿਹੜੀ ਹਮ ਤੁਮ ਵਾਲੀ ਆ, ਊਚ ਨੀਚ ਵਾਲੀ, ਮੇਰ ਤੇਰ ਵਾਲੀ ਗੱਲ ਹੈ, ਉਹ ਬਿਲਕੁਲ ਜਦੋਂ ਨਾਮ ਨਾਲ ਜੁੜੀਏ, ਸਤਿਗੁਰੂ ਕਹਿੰਦੇ ਨੇ ਉਹ ਜੀਵਨ ਵਿੱਚੋਂ ਮੇਰ ਤੇਰ ਊਚ ਨੀਚ ਸਭ ਕੁਝ ਖਤਮ ਹੁੰਦਾ ਹੈ। ਅਲੰਕਾਰ ਮਿਲ ਥੈਲੀ ਹੋਈ ਹੈ, ਤਾਤੇ ਕਨਿਕ ਵਖਾਨੀ। ਇਹ ਇਵੇਂ ਹੋ ਜਾਂਦਾ ਹੈ ਜਿਵੇਂ ਅਲੰਕਾਰ ਦਾ ਆਖਰੀ ਅਰਥ ਹੈ ਗਹਿਣੇ। ਗਹਿਣਿਆਂ ਨੂੰ ਢਾਲ ਕੇ ਥੈਲੀ ਬਣ ਗਈ, ਭਾਵ ਢੇਲਾ ਬਣ ਗਿਆ, ਔਰ ਉਹ ਢੇਲਾ ਕਿਸੇ ਨੂੰ ਦਿਖਾਓਗੇ ਉਹ ਤਾਂ ਵੀ ਸੋਨਾ ਹੀ ਗਿਣਿਆ ਜਾਣਾ। ਗਹਿਣੇ ਨੇ ਉਹ ਤਾਂ ਵੀ ਸੋਨਾ ਹੀ ਗਿਣਿਆ ਜਾਣਾ। ਟੁੱਟ ਜਾਣ ਉਹਨਾਂ ਦਾ ਮੁੱਲ ਘਟਣਾ ਨਹੀਂ, ਉਹ ਤਾਂ ਵੀ ਸੋਨਾ ਹੀ ਗਿਣਿਆ ਜਾਣਾ। ਇਸੇ ਤਰ੍ਹਾਂ ਜੀਵਨ ਟੁੱਟਿਆ ਹੋਇਆ ਜਦੋਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਢਲਦਾ ਹੈ, ਉਹਦਾ ਇੱਕ ਰੂਪ ਹੋ ਜਾਂਦਾ ਹੈ। ਉਹ ਸਿੱਖ ਵੀ ਗੁਰੂ ਦੇ ਚਰਨਾਂ ਵਰਗੇ ਹੋ ਜਾਂਦੇ ਨੇ ਤੇ ਉਹ ਜੀਵਨ ਗਹਿਣਿਆਂ ਵਰਗਾ ਬਣ ਜਾਂਦਾ ਹੈ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਨੀ। ਗੁਰੂ ਦੀ ਰਹਿਮਤ ਮਿਲਦੀ ਹੈ, ਬੜੀ ਵੱਡੀ ਅਵਸਥਾ ਹੈ, ਬੜੀ ਉੱਚੀ ਅਵਸਥਾ ਹੈ, ਜਿੱਦਣ ਹਿਰਦੇ ਵਿੱਚੋਂ ਰੱਬੀ ਜੋਤ ਰੱਬੀ ਗਿਆਨ ਪ੍ਰਗਟ ਹੁੰਦਾ ਹੈ। ਸਮਾਂ ਸਮਾਪਤ ਹੈ। ਧੰਨ ਭਗਤ ਕਬੀਰ ਜੀ ਦਾ ਬਚਨ ਹੈ, ਦੇਖੋ ਭਿਆਈ ਗਿਆਨ ਕੀ ਆਈ ਆਂਦੀ, ਸਭੇ ਉਡਾਨੀ ਭ੍ਰਮ ਕੀ ਟਾਟੀ ਰਖੇ ਨਾ ਮਾਇਆ ਬਾਂਦੀ। ਉਹ ਜੋਤ ਉਹ ਗਿਆਨ ਜਦੋਂ ਪੈਦਾ ਹੁੰਦਾ ਹੈ, ਜੀਵਨ ਵਿੱਚ ਸਹਿਜ ਆਉਂਦਾ ਹੈ, ਸੁੱਖ ਆਉਂਦਾ ਹੈ, ਔਰ ਅਨਹਦ ਨਾਦ ਦਿਨ ਰਾਤ ਵੱਜਦਾ ਹੈ। ਕਹੋ ਨਾਨਕ ਨਿਹਚਲ ਘਰ ਬਾਧਿਓ, ਗੁਰ ਕੀਓ ਬੰਧਾਨੀ। ਬੰਧਾਨੀ ਦਾ ਅੱਖਰੀ ਅਰਥ ਹੈ ਮਰਿਆਦਾ। ਜਦੋਂ ਗੁਰੂ ਦੀ ਮਰਿਆਦਾ ਮਿਲ ਜਾਏ, ਗੁਰੂ ਦੇ ਮਰਿਆਦਾ ਵਿੱਚ ਰਹਿਣਾ ਆ ਜਾਏ, ਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਉਸ ਜੀਵ ਨੂੰ ਨੇਚਲ ਘਰ ਮਿਲ ਜਾਂਦਾ ਹੈ, ਉਹਦੀ ਜੀਵਨ ਦੀ ਭਟਕਣਾ ਮੁੱਕ ਜਾਂਦੀ ਹੈ। ਜਿਹਨੂੰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹੈ ਕਿ ਫਿਰ ਵਾਰ-ਵਾਰ ਫੇਰੇ ਮੁੱਕ ਜਾਂਦੇ ਨੇ। ਜਾਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨੈ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬੌਰ ਨਾ ਹੋਏਗੋ ਪੇਰਾ। ਜਿਹੜਾ ਗੁਰੂ ਦਾ ਹੋ ਜਾਏ, ਸਮੁੱਚਾ ਸ਼ਬਦ ਇਸ ਗੱਲ ਦੀ ਪ੍ਰੌੜਤਾ ਕਰਦਾ ਹੈ, ਬਖਸ਼ਿਸ਼ ਕਰਦਾ ਹੈ ਕਿ ਜੀਵਨ ਗੁਰੂ ਦੇ ਚਰਨਾਂ 'ਚ ਭੇਟ ਕਰੀਏ, ਗੁਰੂ ਦੇ ਹੋਈਏ। ਸਤਿਗੁਰੂ ਰਹਿਮਤ ਕਰਨ, ਪਾਵਨ ਬਚਨ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ। ਸ਼ੁਕਰਾਨਾ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੋਰਾਂ ਦਾ, ਜੋ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਸ਼ ਕਰਦੇ ਨੇ। ਆਓ ਪਾਵਨ ਬਚਨਾਂ ਦੇ ਨਾਲ ਜੁੜਨਾ ਕਰੀਏ ਜੀ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਨੀ। ਕਹੋ ਨਾਨਕ ਨਿਹਚਲ ਘਰ ਬਾਧਿਓ, ਗੁਰ ਕੀਓ ਬੰਧਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।